सत श्री अकाल जी सारिਆਂ ਨੂੰ। आई वेलकम यू ऑल टू द पंजाब स्टडी IQ प्लेटफॉर्म। उम्मीद करदा सारे वधिया सेहतां 'ਚ ਹੈਗੇ ने। IB ACIO 2 ਦਾ एग्जाम ਦੀ ਇੱਕ ਸ਼ਾਰਟ ਨੋਟਿਸ ਆਈ ਹੋਈ ਹੈ। ਨੋਟੀਫਿਕੇਸ਼ਨ ਵੀ ਰਿਲੀਜ਼ ਹੋ ਜੂਗੀ ਨਾਲ ਪੂਰੀ ਡਿਟੇਲ ਦੇ ਮੈਨਰ ਦੇ ਵਿੱਚ ਐਂਡ ਫਾਰਮ ਵੀ ਖੁੱਲ੍ਹਣ ਜਾ ਰਹੇ 19 ਜੁਲਾਈ ਨੂੰ। ਇੱਕ ਬਹੁਤ ਵੱਡਾ ਕੁਐਸਚਨ ਹੈ ਬੱਚਿਆਂ ਦੇ ਦਿਮਾਗ 'ਚ ਹੋਣਾ ਵੀ ਚਾਹੀਦਾ ਕਿ ਭਾਈ ਇਹਦੀ ਐਗਜ਼ਾਮ ਡੇਟ ਕੀ ਹੈ। ਮੈਂ ਤੁਹਾਨੂੰ ਇੱਕ ਪੂਰਾ ਲੌਜਿਕ ਨਾਲ ਦੱਸ ਦਾਂਗਾ ਐਗਜ਼ਾਮ ਡੇਟ ਕਿਹੜੀ ਹੈਗੀ ਹੈ ਤਾਂ ਕਿ ਤੁਹਾਨੂੰ ਐਗਜ਼ਾਮ ਡੇਟ ਦਾ ਆਈਡੀਆ ਰਵੇ, ਬਿਕੋਜ਼ ਦੈਟ ਇਜ਼ ਵੈਰੀ ਇੰਪੋਰਟੈਂਟ। ਕਿਉਂਕਿ ਆਪਾਂ ਪ੍ਰਿਪਰੇਸ਼ਨ ਉਸ ਹਿਸਾਬ ਨਾਲ ਕਰਨੀ ਹੁੰਦੀ ਹੈ ਨਾ, ਤਾਂ ਇੱਕ ਆਈਡੀਆ ਲੱਗ ਜੇ। ਤੇ ਤੁਹਾਡੀ ਜਾਣਕਾਰੀ ਲਈ ਮੈਂ IB ACIO 2 ਦਾ ਐਗਜ਼ਾਮ ਕਲੀਅਰ ਕੀਤਾ ਹੋਇਆ ਹੈ। 2018 'ਚ ਰਿਜ਼ਲਟ ਆਇਆ ਸੀ, ਸੋ ਆਈ ਕਲੀਅਰਡ ਇਟ। ਤੇ ਜਿਹੜਾ ਇੱਕ ਨਾਲ ਇਹਨਾਂ ਦਾ ਇੱਕ ਚੱਲਦਾ ਪਿਆ ਪੈਟਰਨ, ਐਗਜ਼ਾਮ ਡੇਟ ਟਾਈਮਲਾਈਨ ਆਲਮੋਸਟ ਸਿਮਿਲਰ ਹੀ ਚੱਲ ਰਹੀ ਹੈ, ਉਹਨੂੰ ਮੈਂ ਪ੍ਰੂਵ ਕਰ ਦਾਂਗਾ ਹੁਣੇ। ਤੇ ਕਾਫੀ ਬੱਚਿਆਂ ਨੇ ਪੁੱਛਿਆ ਸੀ ਸਰ ਕਿ ਤੁਸੀਂ IB ACIO ਪੇਪਰ ਕਲੀਅਰ ਕੀਤਾ, ਵੀ ਸਾਨੂੰ ਰੋਲ ਨੰਬਰ ਵਗੈਰਾ ਦਿਖਾ ਦਿਓ ਚੀਜ਼ਾਂ। ਸੋ ਆਈ ਵਿਲ ਸ਼ੋ ਦੈਟ ਆਲਸੋ। ਪਹਿਲਾਂ ਤਾਂ ਇੱਕ ਗਰੁੱਪ ਹੈ ਜੀ ਜੋ ਸਟੱਡੀ IQ ਵੱਲੋਂ IB ACIO ਦੀ ਪ੍ਰੈਪਰੇਸ਼ਨ ਲਈ ਗਰੁੱਪ ਚੱਲਦਾ ਪਿਆ, ਇਹਨੂੰ ਤੁਸੀਂ ਜੁਆਇਨ ਕਰ ਲਓ। ਮੇਰੇ ਤੋਂ ਜੇ ਤੁਸੀਂ ਕੁਛ ਵੀ ਪੁੱਛਣਾ, ਕਰਨ ਜਿੰਦਲ ਮੇਰਾ ਨਾਂ ਹੈ ਤੇ ਕੇਨਸ ਮੇਰੀ ਟੈਲੀਗ੍ਰਾਮ ID ਹੈ। ਸਾਡੇ ਕੋਲ ਇੱਕ ਹੋਰ ਗਰੁੱਪ ਵੀ ਹੈਗਾ ਜਿੱਥੇ ਡਿਸਕਸ਼ਨ ਹੁੰਦੀ ਹੈ, ਉਹ ਵੀ ਤੁਹਾਨੂੰ ਮੈਂ ਦਿਖਾ ਦਾਂਗਾ। ਤੇ ਇਹ ਮੇਰਾ ਜੀ ਰੋਲ ਨੰਬਰ ਹੈ ਜੋ 2018 'ਚ ਮੇਰਾ ਇੰਟਰਵਿਊ ਲਈ ਮੈਨੂੰ ਜਿਹੜੀ ਕਾਲ ਆਈ ਸੀ 112-105-13 112-105-13 2018 ਮੇਰਾ 8 ਜੂਨ ਨੂੰ ਇੰਟਰਵਿਊ ਸੀ। ਦੇਖੋ ਮੈਨੂੰ ਯਾਦ ਆ ਰਿਹਾ, ਸਵੇਰੇ 9 ਵਜੇ ਬੁਲਾਇਆ ਸੀ, ਇੰਟਰਵਿਊ ਲੈਂਦੇ 11 11:30 ਵਜੇ ਵਾਰੀ ਆਈ ਸੀਗੀ ਆਪਣੀ। ਠੀਕ ਹੈ, ਇੱਕ ਮੈਨੂੰ ਚੀਜ਼ ਦਿਖਾ ਦੇਣਾ ਤੁਹਾਨੂੰ, ਜੇ ਤੁਸੀਂ ਕਿਉਂਕਿ ਪੂਰਾ ਪੱਕਾ ਹੋ ਜਾਏ ਨਾ ਕੰਮ, ਜੋ ਵੀ ਆਪਾਂ ਗੱਲ ਕਰਦੇ ਪਏ ਹਾਂ ਕੱਲ ਪੱਕੀ ਹੋ ਜਾਵੇ। ਆਹ ਦੇਖੋ ਇੱਥੇ, ਜੇ ਮੈਂ ਇੱਥੇ ਲਿਖਾਂ ਜੀ, ਇਫ ਆਈ ਜਸਟ ਰਾਈਟ ਹੇਅਰ ਵਾਟ ਆਈ ਐਮ ਰਾਈਟਿੰਗ, ਕਿ ਮੈਂ ਇੱਥੇ ਲਿਖਾਂ IB ACIO 2 ਰਿਜ਼ਲਟ 2018। ਠੀਕ ਹੈ, ਠੀਕ ਲਿਖਤਾ ਮੈਂ। ਸਭ ਤੋਂ ਪਹਿਲਾਂ ਤੁਹਾਨੂੰ ਜਿਹੜਾ ਲਿੰਕ ਵਿਖੂਗਾ ਬੱਚੇ ਜਿਹੜੇ ਵੀ ਦੇਖਦੇ ਪਏ ਆ, ਉਹ ਤੁਹਾਨੂੰ ਦਿਖੂਗਾ ਮਿਨਿਸਟਰੀ ਆਫ ਹੋਮ ਅਫੇਅਰਸ ਦਾ। ਉੱਥੇ ਕਲਿੱਕ ਕਰੋ, ਕਲਿੱਕ ਕਰਕੇ ਰਿਜ਼ਲਟ ਸਿੱਧਾ ਆ ਜਾਣਾ ਤੁਹਾਡਾ 17 ਦਾ ਰਿਜ਼ਲਟ ਜਿਹੜਾ 18 'ਚ ਆਇਆ ਸੀ। ਉੱਥੇ ਤੁਹਾਨੂੰ ਆਈ ਥਿੰਕ 112-105 112-105-13 ਇਹ ਤੁਹਾਨੂੰ ਇੱਥੇ ਮਿਲ ਜੂਗਾ ਜੀ। ਇਹ ਰੋਲ ਨੰਬਰ ਹੈ, ਇੱਥੇ ਤੁਸੀਂ ਮਾਰਕ ਕਰ ਲਓ। ਠੀਕ ਹੈ, ਦੈਟ ਇਜ਼ ਦਾ ਰੋਲ ਨੰਬਰ। ਇਹ ਮੇਰਾ ਰੋਲ ਨੰਬਰ ਸੀ ਜੋ ਫਾਈਨਲ ਰਿਜ਼ਲਟ 'ਚ ਮੈਰਿਟ 'ਚ ਆਇਆ। ਠੀਕ ਹੈ, ਓਕੇ, ਠੀਕ ਹੈ। ਅੱਗੇ ਆਉਂਦੇ ਹਾਂ, ਲੈਟਸ ਮੂਵ ਅਹੈਡ। ਹੁਣ ਆਪਾਂ ਪਹਿਲਾਂ ਗੱਲ ਕਰਾਂਗੇ ਰਿਗਾਰਡਿੰਗ ਦਾ ਐਗਜ਼ਾਮ ਡੇਟ, ਕਿਉਂਕਿ ਆਹੀ ਐਗਜ਼ਾਮ ਡੇਟ ਰਹੂਗੀ, ਬਹੁਤ ਵੱਡਾ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਇਹਨੂੰ ਲੱਭਣਾ। ਠੀਕ ਹੈ, ਇਹ ਤੁਹਾਡਾ 2023-24 ਦੇ ਜਿਹੜੇ ਲਾਸਟ ਨੋਟੀਫਿਕੇਸ਼ਨ ਸੀਗੀ IB ACIO ਜਿਹੜਾ ਐਗਜ਼ਾਮ ਲਿਆ ਉਹਨਾਂ ਨੇ, ਇਹ ਨੋਟੀਫਿਕੇਸ਼ਨ 'ਚ ਫਾਰਮ ਕੀ ਸੀਗਾ, 25 ਨਵੰਬਰ ਤੋਂ 15 ਦਸੰਬਰ ਤੱਕ ਤੁਸੀਂ ਫਾਰਮ ਫਿਲ ਕਰ ਸਕਦੇ ਹੋ 2023 ਦਾ। 20 ਦਿਨ ਦਿੰਦੇ ਆ, ਇਸ ਵਾਰ ਵੀ 20 ਦਿਨ ਦੇਣਗੇ। ਤੁਹਾਡਾ 19 ਜੁਲਾਈ ਨੂੰ ਫਾਰਮ ਖੁੱਲ੍ਹਣਾ, ਤੁਹਾਡਾ 10 ਅਗਸਤ ਨੂੰ ਉਹਨਾਂ ਨੇ ਫਾਰਮ ਕਲੋਜ਼ ਕਰ ਦੇਣਾ। ਠੀਕ ਹੈ, ਉਹਦੇ ਵਿੱਚ ਤੁਹਾਡੀ ਟੀਅਰ 1 ਦੀ ਡੇਟ ਜਿਹੜੀ ਸੀਗੀ ਉਹ ਸੀਗੀ ਜਨਵਰੀ 17-18। ਪ੍ਰੀਲਿਮਸ ਜਿਹੜਾ ਤੁਹਾਡਾ ਹੋਇਆ 2024 ਦੇ ਵਿੱਚ, ਮਤਲਬ ਐਗਜ਼ਾਮ ਡੇਟ ਤੋਂ, ਐਪਲੀਕੇਸ਼ਨ ਡੇਟ ਤੋਂ 1 ਮਹੀਨੇ ਬਾਅਦ ਤੁਹਾਡਾ ਐਗਜ਼ਾਮ ਹੋ ਗਿਆ ਪਹਿਲਾ ਪ੍ਰੀਲਿਮਸ ਦਾ। ਤੇ ਮੈਂ ਤੁਹਾਨੂੰ ਇੱਥੇ ਗੱਲ ਦੱਸਦਾ, ਦਿਸ ਇਜ਼ ਦ ਮੋਸਟ ਇੰਪੋਰਟੈਂਟ ਸਟੇਜ। ਇਹੀ ਮੇਕ ਔਰ ਬ੍ਰੇਕ ਹੈ ਇਹਦਾ, ਮੇਕ ਔਰ ਬ੍ਰੇਕ ਆਹੀ ਹੈ, ਕਿਉਂਕਿ ਇਹਦਾ ਪ੍ਰੀਲਿਮਸ ਐਲੀਮੀਨੇਟਰ ਹੈ ਲਾਈਕ ਅਦਰ ਐਗਜ਼ਾਮਸ, ਬਟ ਕੁਝ ਜ਼ਿਆਦਾ ਹੀ ਵੱਡਾ ਐਲੀਮੀਨੇਟਰ ਹੈ ਇਹਦਾ। ਠੀਕ ਹੈ, ਬਿਕੋਜ਼ ਟਾਈਮ ਗੇਮ ਹੈ ਇੱਥੇ, ਪੂਰੀ ਟਾਈਮ ਗੇਮ ਦਾ ਐਗਜ਼ਾਮ ਹੈ ਪੂਰਾ। ਫਿਰ ਦੇਖੋ ਟੀਅਰ 2 ਐਗਜ਼ਾਮ ਜੂਨ 'ਚ ਹੋਇਆ ਤੁਹਾਡੇ ਲਗਭਗ 5 ਮਹੀਨੇ ਬਾਅਦ। ਫਿਰ ਇੰਟਰਵਿਊ ਹੋਇਆ ਤੁਹਾਡਾ ਅਕਤੂਬਰ ਦੇ ਵਿੱਚ, ਜੋ ਕਿ ਤੁਹਾਡਾ ਅਗੇਨ ਲਗਭਗ ਤੁਹਾਡਾ ਲਗਾ ਲਓ 3 ਮਹੀਨੇ ਦਾ ਗੈਪ ਆ ਗਿਆ। ਠੀਕ ਹੈ, ਇਹ 2024 ਦੀ ਰੀਡਿੰਗ ਹੈ। ਚਲੋ ਫਿਰ 2017-18 ਜਿਹੜਾ ਮੈਂ ਕਲੀਅਰ ਕੀਤਾ ਸੀ, ਥੋੜਾ ਹੋਰ ਪਿੱਛੇ ਚੱਲ ਜਾਂਦੇ ਆ, 6 ਸਾਲ ਪਿੱਛੇ ਚੱਲ ਜਾਂਦੇ ਆ। ਉੱਥੇ ਦੇਖੋ ਐਪਲੀਕੇਸ਼ਨ ਫਾਰਮ ਖੁੱਲੇ ਅਗਸਤ 12 ਤੋਂ ਲੈ ਕੇ ਸਤੰਬਰ 2 ਤੱਕ, ਐਕਸਟੈਂਸ਼ਨ ਦਿੱਤੀ ਸੀ ਉਸ ਵੇਲੇ IB ਵਾਲਿਆਂ ਨੇ, ਉਹਨਾਂ ਨੇ ਇਹਨੂੰ ਸਤੰਬਰ 10 ਕਰਤਾ ਸੀ। ਲੋਕਾਂ ਦਾ ਕੁਝ ਰੌਲਾ ਪੈ ਗਿਆ ਸੀ ਫਾਰਮ ਨੂੰ ਲੈ ਕੇ। ਖੈਰ ਸਤੰਬਰ 10 ਤੱਕ। ਪਹਿਲਾ ਟੀਅਰ ਐਗਜ਼ਾਮ ਕਦੋਂ ਹੋਇਆ, ਮਤਲਬ ਪ੍ਰੀਲਿਮਸ ਕਦੋਂ ਹੋਇਆ, 15 ਅਕਤੂਬਰ ਨੂੰ। ਮਤਲਬ ਫਾਰਮ ਕਲੋਜ਼ਿੰਗ ਦੇ ਸਵਾ ਕੁ ਮਹੀਨੇ ਬਾਅਦ, 1.5 ਮਹੀਨੇ ਬਾਅਦ ਪੇਪਰ ਹੋ ਗਿਆ। ਫਿਰ ਤੁਹਾਡਾ ਟੀਅਰ 2 ਐਗਜ਼ਾਮ ਫਰਵਰੀ 'ਚ ਹੋਇਆ, ਜੋ ਕਿ ਜਨਵਰੀ 'ਚ ਹੋਣਾ ਸੀ। ਦੇयर ਵਾਸ ਸਮ ਪ੍ਰੋਬਲਮ ਗੋਇੰਗ ਔਨ, ਅਗੇਨ ਬਹੁਤ ਡਿਲੇ ਹੋਇਆ, ਤੇ ਫਿਰ ਇਹਨਾਂ ਨੇ ਫਰਵਰੀ 'ਚ ਲਿੱਤਾ। ਐਂਡ ਫਾਈਨਲੀ ਇੰਟਰਵਿਊ ਜਿਹੜਾ ਹੋਇਆ, ਦੇਖੋ 28 ਮਈ ਤੋਂ ਜੂਨ 19, ਮੇਰਾ 6 ਜੂਨ ਨੂੰ ਸੀਗਾ, ਤੁਸੀਂ ਉਹਨੇ ਦੇਖਿਆ ਸ਼ਾਇਦ 8 ਜੂਨ ਨੂੰ ਸੀ, ਇਹ 8 'ਚ ਸੀ, ਹਾਂ 8 ਜੂਨ ਨੂੰ ਸੀਗਾ ਮੇਰਾ। ਠੀਕ ਹੈ, ਹੁਣ 2025 ਦੇ ਫਾਰਮ ਇਹ ਕਦੋਂ ਖੁੱਲ੍ਹਣ ਲੱਗੇ ਨੇ, 19 ਜੁਲਾਈ ਨੂੰ ਖੁੱਲ੍ਹ ਰਹੇ ਫਾਰਮ, ਉਸ ਤੋਂ ਬਾਅਦ 10 ਅਗਸਤ ਕਲੋਜ਼ਿੰਗ ਹੈ। ਐਕਸਪੈਕਟਡ ਡੇਟ ਕੀ ਹੋਊਗੀ, ਐਕਸਪੈਕਟਡ ਡੇਟ ਤੁਹਾਡੀ 15 ਤੋਂ ਲੈ ਕੇ 30 ਸਤੰਬਰ ਦੇ ਵਿੱਚ ਕੋਈ ਵੀ ਡੇਟ ਆ ਸਕਦੀ ਹੈ ਐਗਜ਼ਾਮ ਦੀ।
ਬਟ ਜੋ ਆਪਾਂ ਨੂੰ ਦਿਖਦਾ ਪਿਆ ਹਾਲ ਬੇਹਾਲ, ਸੋ ਇਟ ਵਿਲ ਬੀ ਮੋਸਟ ਪ੍ਰੋਬਬਲੀ 15 ਸਤੰਬਰ। 15 ਸਤੰਬਰ ਤੋਂ 30 ਸਤੰਬਰ ਦੇ ਵਿੱਚ ਕੋਈ ਵੀ ਡੇਟ ਹੋ ਸਕਦੀ ਹੈ ਐਗਜ਼ਾਮ ਦੀ। ਠੀਕ ਹੈ ਜੀ, ਅੱਗੇ ਆਉਂਦੇ ਆ, ਥੋੜੇ ਜਿਹੇ ਇੰਟਰਵਿਊ ਬਾਰੇ ਗੱਲ ਕਰ ਲੈਂਦੇ ਆ ਤਾਂ ਕਿ ਤੁਹਾਨੂੰ ਆਈਡੀਆ ਵੀ ਰਵੇ ਕਿ 2 ਸਟੇਜਿਸ ਸਾਡੀ ਥੋੜੀ ਪੜ੍ਹਾਈ ਲਿਖਾਈ ਦੀਆਂ, ਤੀਜੇ ਸਟੇਜ ਤੇ ਤੁਹਾਡੀ ਪਰਸਨੈਲਿਟੀ ਹੈ। ਇਹ ਇੰਟਰਵਿਊ ਤੁਹਾਡਾ ਹੁੰਦਾ ਆਈਬੀ ਹੈੱਡਕੁਆਟਰਸ 'ਚ, ਦਿੱਲੀ ਤੁਹਾਡਾ ਆਈਬੀ ਦਾ ਆਫਿਸ ਹੈ। ਬਥੇਰੇ ਸਿਕਿਉਰਿਟੀ ਚੈੱਕ ਹੁੰਦੇ, ਉਸ ਤੋਂ ਬਾਅਦ ਤੁਸੀਂ ਅੰਦਰ ਜਾਂਦੇ ਹੋ ਇੰਟਰਵਿਊ ਦੇਣ। ਕੌਣ ਲੈਂਦਾ ਤੁਹਾਡਾ ਇੰਟਰਵਿਊ? ਤੁਹਾਡਾ ਇੰਟਰਵਿਊ ਲੈਂਦੇ ਆ ਆਈਬੀ ਦੇ ਡਾਇਰੈਕਟਰੇਟ ਰੈਂਕ ਦੇ ਬੰਦੇ ਲੈਂਦੇ ਆ, ਮਤਲਬ ਕੋਈ ਐਸੋਸੀਏਟ ਡਾਇਰੈਕਟਰ, ਡਿਪਟੀ ਡਾਇਰੈਕਟਰ ਬੈਠਾ ਹੋਊਗਾ ਸਾਹਮਣੇ, 2 ਤੋਂ 3 ਬੰਦੇ ਬੈਠੇ ਹੋਣਗੇ। ਕੋਈ ਵੀ ਇੰਟਰਵਿਊ ਕੁਐਸਚਨ ਤੁਹਾਡੀ ਪ੍ਰੋਫਾਈਲ ਦੇ ਹਿਸਾਬ ਨਾਲ ਪੁੱਛਿਆ ਜਾਂਦਾ। ਮੈਂ ਤੁਹਾਡੀ ਪ੍ਰੋਫਾਈਲ ਦਿਖਾ ਦਿੰਦਾ, ਇਹ ਮੇਰੀ ਪ੍ਰੋਫਾਈਲ ਹੈ, ਜੋ ਮੇਰੀ ਇੱਕ ਵਿੱਚ ਮੈਂ ਲਾਈਨ ਖਿੱਚੀ ਹੋਈ ਹੈ, ਮਤਲਬ ਇਸ ਵੇਲੇ ਮੇਰੇ ਕੋਲ ਆ ਸੀਗਾ, ਮੇਰੀ ਪ੍ਰੋਫਾਈਲ 'ਚ ਆ ਸੀਗਾ 2018 ਜਦੋਂ ਮੈਂ ਇੰਟਰਵਿਊ ਦੇਣ ਗਿਆ 8 ਜੂਨ ਨੂੰ, ਇਹ ਸੀਗਾ ਮੇਰੀ ਪ੍ਰੋਫਾਈਲ ਦੇ ਵਿੱਚ। ਕੀ ਸੀਗਾ ਜੀ? ਮੇਰੀ ਪ੍ਰੋਫਾਈਲ 'ਚ ਸੀਗਾ ਜੀ, ਮੈਂ ਕੈਟ ਦਿੱਤਾ ਹੋਇਆ ਸੀ, IIT ਦਿੱਲੀ ਤੋਂ ਪਾਸ ਆਊਟ ਹੋਇਆ, ਬੀਟੈਕ ਕੀਤੀ ਮੈਂ ਇੱਥੇ, ਬੀਟੈਕ ਕੀਤੀ ਹੈ, ਤੇ ਉਸ ਤੋਂ ਬਾਅਦ ਇਟ ਵਾਜ਼ ਮੈਂ UPSC ਦਾ IES ਐਗਜ਼ਾਮ ਕਰੈਕ ਕੀਤਾ ਸੀ ਜੋਧਪੁਰ ਰਾਜਸਥਾਨ ਕੈਡਰ ਵਿਖੇ, ਮੈਨੂੰ ਮਿਲਿਆ ਸੀ, ਉੱਥੇ ਟ੍ਰੇਨਿੰਗ ਕੀਤੀ ਮੈਂ, ਐਂਡ ਫਰਦਰ ਮੈਂ ਸਿਵਲ ਸਰਵਿਸਿਜ਼ ਵੱਲ ਮੂਵ ਔਨ ਹੋ ਗਿਆ ਸੀ। ਇਸ ਤੋਂ ਬਾਅਦ ਆਈ ਕਰੈਕ ਦਾ IB ਐਗਜ਼ਾਮ ਇੰਟਰਵਿਊ ਤੋਂ ਬਾਅਦ, ਫਿਰ ਸਿਵਲ ਸਰਵਿਸਿਜ਼ ਇੰਟਰਵਿਊ ਦਿੱਤਾ, ਪੰਜਾਬ PCS ਕਰੈਕ ਕੀਤਾ, SSC CGL ਦਾ ਪੇਪਰ ਵੀ ਹੋ ਗਿਆ ਸੀ ਵਿੱਚ, ਉਹ ਵੀ ਕਰੈਕ ਕਰ ਲਿਆ ਸੀ, ਮੁੰਬਈ ਕਸਟਮਸ ਵਿਖੇ, ਡੈਟ ਵਾਜ਼ ਦਾ ਪੋਸਟਿੰਗ। ਸੋ ਮੇਰੀ ਪ੍ਰੋਫਾਈਲ 'ਚੋਂ ਇੱਥੇ ਤੱਕ ਕੁਐਸਚਨ ਮੈਨੂੰ ਪੁੱਛ ਸਕਦੇ ਸੀ, ਜੋ ਕਿ ਮੈਨੂੰ ਦਿਖ ਰਿਹਾ ਸੀ ਦੇ ਵਿਲ ਆਸਕ ਮੀ। ਇੱਥੇ ਨਾ 2-3 ਚੀਜ਼ਾਂ ਤੁਹਾਨੂੰ ਬੰਦੇ ਗਾਈਡ ਕਰਦੇ ਆ ਕਿ ਭਾਈ ਤੁਸੀਂ ਕਿਸੇ ਹੋਰ ਐਗਜ਼ਾਮ ਲਈ ਪੜ੍ਹਦੇ ਪਏ ਹੋ, ਉਹਦਾ ਨਾਂ ਦੱਸਿਓ। ਯਾਰ ਕਿੱਦਾਂ ਨਾ ਦੱਸੀਏ, ਇੰਟੈਲੀਜੈਂਸ ਬਿਊਰੋ ਹੈ, ਸਭ ਕੁਝ ਪਤਾ ਚੱਲ ਜਾਣਾ ਉਹਨਾਂ ਨੂੰ ਜੇ ਤੁਸੀਂ ਕੋਈ ਵੀ ਤੜਫੜ ਕਰੋਗੇ। ਮੈਂ ਉਹਨੂੰ ਸਿੱਧਾ ਦੱਸਤਾ ਕਿ ਹਾਂ ਭਾਈ ਮੈਂ ਸਿਵਲ ਸਰਵਿਸ ਲਈ ਪੜ੍ਹਦਾ ਪਿਆ, ਦੇयर इज नो ਹਾਈਡਿੰਗ ਫਰੋਮ ਦਿਸ ਫੈਕਟ। ਆਈ ਟੋਲਡ them ਸਟ੍ਰੇਟ ਅਵੇ, ਜਦ ਕਿ ਕਿਹਾ ਸੀ ਨਾ ਦੱਸਿਓ, ਆਈ ਟੋਲਡ them ਕਿ ਝੂਠ ਬੋਲਣ ਤੇ ਫਿਰ ਉਹ ਫੜਿਆ ਜਾਣਾ ਕਿਸੇ ਨਾ ਕਿਸੇ ਥਾਂ ਤੇ ਜਾ ਕੇ। ਪਹਿਲਾਂ ਹੀ ਕਹਿਤਾ ਨਹੀਂ ਭਾਈ ਮੈਂ ਪੜ੍ਹਦਾ ਪਿਆ, ਮੈਂ ਉਹਦੀ ਪ੍ਰੀਪਰੇਸ਼ਨ ਕਰਦਾ, ਮੈਂ ਪ੍ਰੀਲਿਮਸ ਨਹੀਂ ਹੋਏ। ਸਿੱਧਾ ਲੌਜੀਕਲ ਕੁਐਸਚਨ ਕੀ ਆਊਗਾ ਕਿ ਭਾਈ ਜੇ ਤੇਰਾ ਐਗਜ਼ਾਮ ਕਲੀਅਰ ਹੋ ਗਿਆ ਸਿਵਲ ਸਰਵਿਸਿਜ਼ ਦਾ, ਤੂੰ IB ਛੱਡ ਦੇਂਗਾ? ਸਰ ਆਈ ਵੁੱਡ ਲੁੱਕ ਅਪਨ ਦ ਬੈਟਰ ਓਪਰਚੁਨਿਟੀ ਐਂਡ ਫॉर मी दैट वुड बी सिविल सर्विसेज। ਇਹ ਵੀ ਮੈਂ ਕਹਿਤਾ, ਮੈਨੂੰ ਪਤਾ ਸੀ ਬੰਦਾ ਕਹੂਗਾ ਬਾਈ ਇਹ ਸਿੱਧਾ ਮੂੰਹ ਤੇ ਕਹਿ ਰਿਹਾ, ਵਾਈ ਸ਼ੁਡ ਆਈ ਸਿਲੈਕਟ ਹਿਮ, ਰਾਈਟ। ਚਲੋ ਅੱਗੇ ਆਉਂਦੇ ਆ, 2-3 ਪੈਨਲਿਸਟ ਹੁੰਦੇ ਆ, ਡਿਊਰੇਸ਼ਨ 10-12 ਮਿੰਟ ਤੋਂ ਲੈ ਕੇ 20-25 ਮਿੰਟ ਤੱਕ ਵੀ ਜਾ ਸਕਦਾ, ਡਿਪੈਂਡਿੰਗ ਔਨ ਤੁਹਾਨੂੰ ਕਿੰਨਾ ਖਰੀਦਣਾ ਚਾਹੁੰਦੇ ਨੇ ਉਹ। ਠੀਕ ਹੈ, ਇਹ ਵਾਲੀ ਗੱਲ ਹੈ। 2-3 ਪੈਨਲਿਸਟ ਰਹਿਣਗੇ, ਫਿਰ ਇੰਟਰਵਿਊ ਸ਼ੁਰੂ ਹੁੰਦਾ। ਸਭ ਤੋਂ ਪਹਿਲਾਂ ਤੁਹਾਡੇ ਪ੍ਰੋਫਾਈਲ ਰਿਲੇਟਡ ਕੁਐਸਚਨ ਪੁੱਛੇ ਜਾਣਗੇ, ਕਿੱਥੋਂ ਪਾਸ ਆਊਟ ਹੋਏ ਆ, ਕੀ ਕੀਤਾ, ਥੋੜਾ ਜਿਹਾ ਆਪਣੇ ਬਾਰੇ ਦੱਸ ਦਿਓ, ਕੀ ਕਰਦੇ ਪਏ ਹੋ, ਰਾਈਟ। ਫਿਰ ਤੁਹਾਨੂੰ ਉਹਨੇ ਪੁੱਛਣਾ ਹੈ ਕਿ ਤੁਹਾਨੂੰ ਪਤਾ ਹੈ IB ਕੀ ਹੈਗਾ, ACIO ਦੀ ਪੋਸਟ ਕੀ ਹੈ, ਕੀ ਕੰਮ ਕਰਦੇ ਨੇ, ਤੁਹਾਨੂੰ ਪਤਾ ਹੈ ਇਹ ਗੱਲ? ਦੇ ਵਿਲ ਆਸਕ ਯੂ ਕਿ ਬੰਦੇ ਨੂੰ ਪਤਾ ਤਾਂ ਹੋਵੇ ਕਿਸ ਜੌਬ ਲਈ ਆਇਆ, ਇੱਥੇ ਬੈਠਾ ਕਿਉਂ ਸਾਡੇ ਸਾਹਮਣੇ। ਫਿਰ ਕੁਝ ਸਿਕਿਉਰਿਟੀ ਰਿਲੇਟਡ ਕੁਐਸਚਨ ਵੀ ਪੁੱਛੇ ਨੇ ਉਹਨਾਂ ਨੇ। ਸਿਕਿਉਰਿਟੀ ਰਿਲੇਟਡ ਕੁਐਸਚਨ ਮਤਲਬ ਕਿ ਇੰਟਰਨਲ ਸਿਕਿਉਰਿਟੀ ਤੋਂ ਕੀ ਸਮਝਦੇ ਹੋ, ਸਿਕਿਉਰਿਟੀ ਆਫ ਅ ਕੰਟਰੀ ਤੋਂ ਤੁਹਾਡਾ ਕੀ ਰਾਏ ਹੈਗੀ ਹੈ, ਠੀਕ ਹੈ। ਉਸ ਤੋਂ ਬਾਅਦ ਬਿਕੋਜ਼ ਆਈ ਹੈਪਨ ਟੂ ਬਿਲੋਂਗ ਫਰੋਮ ਪੰਜਾਬ ਬਾਰਡਰ ਸਟੇਟ ਹੈ, ਪਤਾ ਸਿਕਿਉਰਿਟੀ ਰਿਲੇਟਡ ਪ੍ਰੋਬਲਮਸ ਹੈਗੀਆਂ, ਦੇ ਸਟਾਰਟਡ ਕਿ ਚਲੋ ਜੀ ਪੰਜਾਬ ਦੇ ਬਾਰੇ ਗੱਲ ਕਰਦੇ ਹਾਂ ਤੁਹਾਡੇ ਨਾਲ। ਉਹਨੇ ਪੁੱਛਿਆ ਜੀ ਪਾਕਿਸਤਾਨ ਤੋਂ ਜਿਹੜੇ ਪੰਜਾਬ ਦੀ ਬਾਰਡਰ ਹੈ ਕੀ ਖਤਰਾ ਹੈ, ਕੀ ਪ੍ਰੋਬਲਮ ਹੈ ਬਾਰਡਰ ਦੇ ਨਾਲ। ਮੈਂ ਕ੍ਰਿਸ ਕ੍ਰਾਸਿੰਗ ਆਫ ਰਿਵਰਸ ਦਾ ਪੁਆਇੰਟ ਦੱਸਿਆ ਉੱਥੇ ਕਿ ਰਿਵਰ ਬਾਰ-ਬਾਰ ਦਰਿਆ ਨੇ ਉਹ ਕੱਟਦੇ ਨੇ ਬਾਰਡਰ ਨੂੰ, ਇਸ ਕਰਕੇ ਬਾਰਡਰ ਪੋਰਸ ਨੇ, ਡਰਗ ਰਿਲੇਟਡ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਤੇ ਉਹਨਾਂ ਨੇ ਦੱਸਿਆ ਕਿ ਸਾਨੂੰ ਆਹ ਚੀਜ਼ਾਂ ਤੁਸੀਂ ਆਈਡੀਆ ਦਿਓ, ਪੰਜਾਬ 'ਚ ਡਰਗ ਪ੍ਰੋਬਲਮ ਆਪਾਂ ਕਹਿੰਦੇ ਹਾਂ ਡਰਗ ਕੈਪੀਟਲ ਹੈ, ਕਿੰਨੀ ਕੁ ਹੈਗੀ ਡਰਗ ਪ੍ਰੋਬਲਮ। ਉੱਥੇ ਮੈਂ ਇਹਨਾਂ ਨੂੰ ਐਗਜ਼ਾਮਪਲ ਦਿੱਤਾ ਸੀ ਕਿ ਆਪਣਾ ਅੰਮ੍ਰਿਤਸਰ ਵਿਖੇ ਪਿੰਡ ਹੈਗਾ ਜਿਹਦਾ ਨਾਮ ਹੈ ਵਿਲੇਜ ਆਫ ਵਿਡੋਜ਼, ਐਟਲੀਸਟ ਐਵਰੀ ਫੈਮਿਲੀ ਹੈਜ਼ ਲੌਸਟ ਐਟਲੀਸਟ ਅ ਸਿੰਗਲ ਮੈਂਬਰ ਟੂ ਡਰਗ ਪ੍ਰੋਬਲਮ। ਫਿਰ ਉਸ ਤੋਂ ਬਾਅਦ ਉਹਨਾਂ ਨੇ ਅੱਗੇ ਗੱਲ ਵਧਾਈ, ਗੋਲਡਨ ਟ੍ਰਾਇੰਗਲ, ਗੋਲਡਨ ਕ੍ਰਿਸੈਂਟ ਬਾਰੇ ਗੱਲ ਪੁੱਛੀਆਂ ਮੈਨੂੰ। ਉਸ ਵੇਲੇ ਨਾ ਕੈਪਟਨ ਸਾਹਿਬ ਦੀ ਸਰਕਾਰ ਸੀਗੀ, ਉਹਨਾਂ ਨੇ ਕੁਝ ਇਨੀਸ਼ੀਏਟਿਵ ਲਿੱਤੇ ਸੀ ਡਰਗ ਲਈ, ਉਹ ਵੀ ਮੈਂ ਦੱਸਦੇ ਉਹਨਾਂ ਨੂੰ। ਫਿਰ ਅੱਗੇ ਗੱਲ ਵੱਧਦੀ ਹੈ, ਫਿਰ ਉਹ ਕਹਿੰਦੇ ਨੇ ਚਲੋ ਠੀਕ ਹੈ, ਹੁਣ ਜਦੋਂ ਗੋਲਡਨ ਕ੍ਰਿਸੈਂਟ ਤੱਕ ਆ ਗਏ ਅਫਗਾਨਿਸਤਾਨ ਬਾਰੇ ਪੁੱਛ ਲਿਆ ਉਹਨਾਂ ਨੇ, ਕਿਉਂਕਿ ਉਸ ਵੇਲੇ ਟਰੰਪ ਸਾਹਿਬ ਸੀਗੇ ਪ੍ਰੈਜ਼ੀਡੈਂਟ, ਉਹਨਾਂ ਨੇ ਕਿਹਾ ਅਸੀਂ US ਦਾ ਐਗਜ਼ਿਟ ਕਰਦੇ ਪਏ ਹਾਂ ਅਫਗਾਨਿਸਤਾਨ ਤੋਂ। ਉਹਨਾਂ ਨੇ ਕੁਝ ਅਫਗਾਨਿਸਤਾਨ ਦੇ ਪੀਸ ਪ੍ਰੋਸੈਸ ਬਾਰੇ ਪੁੱਛਿਆ, ਜ਼ਿਆਦਾ ਡਿਟੇਲ 'ਚ ਨਹੀਂ ਗਏ ਸੀ ਉਹ, ਮੈਂ ਐਵੇਂ ਕਹਾਂ ਇੱਥੇ। ਫਿਰ ਉਸ ਤੋਂ ਬਾਅਦ ਉਹਨਾਂ ਨੇ ਨਾਰਥ ਈਸਟ ਬਾਰੇ ਪੁੱਛਿਆ, ਕਿਉਂਕਿ ਇਹ ਐਕਸਪੈਕਟਡ ਨਹੀਂ ਸੀਗਾ ਕਿ ਨਾਰਥ ਈਸਟ ਬਾਰੇ ਪੁੱਛਣਗੇ, ਬਟ ਪੁੱਛਿਆ ਉਹਨਾਂ ਨੇ। ਉਹ ਕਹਿੰਦੇ ਨਾਰਥ ਈਸਟ ਹਜੇ ਕੀ ਸਿਚੁਏਸ਼ਨ ਚੱਲਦੀ ਪਈ ਹੈ, ਫॉर ਐਗਜ਼ਾਮਪਲ NSCN ਮਤਲਬ ਦੇਰ ਆਰ ਵਿੰਗਸ ਇਨ ਨਾਰਥ ਈਸਟ, ਨਾਗਾ ਪ੍ਰੋਸੈਸ ਚੱਲਦਾ ਪਿਆ ਸੀ, ਹਜੇ ਵੀ ਪੂਰਾ ਨਹੀਂ ਹੋਇਆ, ਜਿਹਦੇ ਵਿੱਚ ਕੁਝ ਗੁੱਟਾਂ ਨਾਲ ਸਰਕਾਰ ਗੱਲ ਕਰਦੀ ਪਈ ਸੀ, ਸੈਂਟਰਲ ਗਵਰਨਮੈਂਟ। ਉਹਨੇ ਪੁੱਛ ਲਿਆ ਕੀ ਗੱਲ ਚੱਲਦੀ ਪਈ ਹੈ, ਉਹਨਾਂ ਦੀ ਪ੍ਰੋਬਲਮ ਕੀ ਹੈ, ਬਸ ਆ ਦੱਸ ਦਿਓ, ਠੀਕ ਹੈ। ਇਹ ਸਾਰੀ ਗੱਲਾਂ ਹੋ ਗਈਆਂ, ਸੋ ਫਾਰ ਸੋ ਗੁੱਡ, ਇੰਟਰਵਿਊ ਵਧੀਆ ਜਾ ਰਿਹਾ, ਬਹੁਤ ਵਧੀਆ, ਮੈਨੂੰ ਵਧੀਆ ਲੱਗਦਾ ਪਿਆ। ਨਾਓ ਕਮਸ ਦਾ ਯੂ ਟਰਨ, ਫਿਰ ਉਹ ਆ ਜਾਂਦੇ ਤੁਹਾਡੀ ਗ੍ਰੈਜੂਏਸ਼ਨ ਤੇ। ਸਾਰੇ ਨੋਟ ਕਰ ਲਿਓ, IB ACIU ਦੇ ਵਿੱਚ ਤੁਹਾਨੂੰ ਗ੍ਰੈਜੂਏਸ਼ਨ ਚਾਹੀਦੀ ਹੈ। ਗ੍ਰੈਜੂਏਸ਼ਨ ਕਦੋਂ ਹੋਣੀ ਚਾਹੀਦੀ ਹੈ ਤੁਹਾਡੀ? 10 ਅਗਸਤ 2025 ਤੱਕ ਤੁਸੀਂ ਗ੍ਰੈਜੂਏਟ ਹੋਣੇ ਚਾਹੀਦੇ ਹੋ। ਡਿਗਰੀ ਹੋਵੇ ਨਾ ਹੋਵੇ ਫਰਕ ਨਹੀਂ ਪੈਂਦਾ, ਤੁਹਾਡੀ ਡਿਗਰੀ ਕੰਪਲੀਟ ਹੋਣੀ ਜ਼ਰੂਰੀ ਹੈ।
ਫਿਰ ਇਹਨਾਂ ਨੇ ਮੈਨੂੰ ਇਲੈਕਟ੍ਰੀਕਲ ਬੈਟਰੀਜ਼ ਬਾਰੇ ਪੁੱਛਣਾ ਸ਼ੁਰੂ ਕੀਤਾ, ਕਹਿੰਦੇ ਡਾਇਓਡ ਸਰਕਟ ਦੇ ਵਿੱਚ ਮੂੰਹ ਉੱਪਰ ਥੱਲੇ ਹੁੰਦਾ, ਪੁੱਛ ਲਿਆ ਡਾਇਰੈਕਟਰ ਨੇ, ਜਿਹੜੇ ਐਸੋਸੀਏਟ ਡਾਇਰੈਕਟਰ ਨਾਲ ਬੈਠੇ ਸੀਗੇ। ਫਿਰ ਉਹਨੇ ਇਲੈਕਟ੍ਰੀਕਲ ਬੈਟਰੀਜ਼ ਬਾਰੇ ਪੁੱਛਣਾ ਸ਼ੁਰੂ ਕੀਤਾ, ਸਾਡੀ ਡਿਸਕਸ਼ਨ ਹੋਈ, ਉਹਨਾਂ ਨੇ ਕਿਹਾ ਨਹੀਂ ਦਿਸ ਵਿਲ ਬੀ ਅ ਫੇਲੀਅਰ ਪ੍ਰੋਜੈਕਟ। 17-18 ਦੀ ਗੱਲ ਕਰਦੇ ਹਾਂ, ਦੇਖੋ ਇਲੈਕਟ੍ਰਿਕ ਵਹੀਕਲਸ ਕਿੰਨਾ ਚੱਲਦੇ ਪਏ ਨੇ। ਮੈਂ ਕਿਹਾ ਨਹੀਂ ਸਰ ਦਿਸ ਵਿਲ ਬੀ ਦਾ ਫਿਊਚਰ, ਇੱਦਾਂ ਕਰਕੇ। ਬਟ ਉਹਨਾਂ ਦੀ ਗੱਲ ਪਾਰਸ਼ਲੀ ਸਹੀ ਵੀ ਹੈ, ਜੇ ਦੇਖੀ ਜਾਵੇ 30 ਤੋਂ 40% ਵਹੀਕਲ ਵਾਪਸ ਵੀ ਹੋ ਰਹੇ ਨੇ ਮਾਰਕੀਟ ਦੇ ਵਿੱਚ, ਇਲੈਕਟ੍ਰਿਕ ਵਹੀਕਲਸ, ਪ੍ਰੋਬਲਮ ਵੀ ਆ ਰਹੀ ਹੈ। ਸੋ ਉਹਦੇ ਉੱਤੇ ਡਿਸਕਸ਼ਨ ਚੱਲੀ, ਮੈਂ ਇੱਕ ਸਾਈਡ ਫੜੀ ਹੋਈ ਸੀ, ਉਹਨਾਂ ਨੇ ਆਪਣੀ ਸਾਈਡ ਫੜੀ ਹੋਈ ਸੀ, ਆਪਾਂ ਦੋਨੋਂ ਆਪਣੀ ਸਾਈਡ ਤੋਂ ਹਿੱਲੇ ਨਹੀਂ। ਸੋ ਡਿਸਐਗਰੀਮੈਂਟ ਜ਼ਿਆਦਾ ਹੋਇਆ ਐਂਡ ਫਾਈਨਲੀ ਉਹਨੇ ਕਿਹਾ ਚਲੋ ਠੀਕ ਹੈ ਤੁਹਾਡਾ ਇੰਟਰਵਿਊ ਇਜ਼ ਓਵਰ। ਮੈਨੂੰ ਦਿਖ ਗਿਆ ਬਾਈ ਮੇਰਾ ਪੇਪਰ ਕਲੀਅਰ ਨਹੀਂ ਹੋਣ ਲੱਗਾ, ਕਿਉਂਕਿ ਬੰਦਾ ਮੰਨਿਆ ਹੀ ਨਹੀਂ ਮੇਰੀ ਗੱਲ, ਉਹ ਆਪਣੀ ਗੱਲ ਤੇ ਲੱਗਾ ਰਿਹਾ, ਮੈਂ ਵੀ ਨਹੀਂ, ਮਤਲਬ ਮੈਂ ਆਪਣੀ ਚੀਜ਼ ਨੂੰ ਨਹੀਂ ਛੱਡਿਆ। ਐਂਡ ਇਵੈਂਚੁਅਲੀ ਪੇਪਰ ਕਲੀਅਰ ਹੋ ਗਿਆ, ਫਾਈਨਲ ਰਿਜ਼ਲਟ ਤੁਸੀਂ ਦੇਖ ਲਿਆ, ਆਈ ਵਾਸ ਸਿਲੈਕਟਡ। ਠੀਕ ਹੈ, ਸੋ ਇਸ ਤਰੀਕੇ ਨਾਲ ਇੰਟਰਵਿਊ ਤੁਹਾਡਾ ਜਾਂਦਾ ਹੈ, ਡਿਪੈਂਡਸ ਔਨ ਤੁਹਾਡੀ ਪ੍ਰੋਫਾਈਲ ਕੀ ਹੈ। ਜੇ ਤੁਹਾਡੀ ਪ੍ਰੋਫਾਈਲ ਕਿਸੇ ਹੋਰ ਤਰੀਕੇ ਦੀ ਹੈ, ਉਹਨਾਂ ਨੇ ਉਸ ਹਿਸਾਬ ਨਾਲ ਕੁਐਸਚਨ ਪੁੱਛਣੇ ਹੈ, ਬਟ ਸਿਕਿਉਰਿਟੀ ਰਿਲੇਟਡ ਕੁਐਸਚਨ ਉਹਨੇ ਪੁੱਛਣੇ ਹੈ, ਬਿਕੋਜ਼ ਉਹੀ ਤਾਂ ਤੁਸੀਂ ਕੰਮ ਕਰਨਾ ਹੈ ਇੰਟੈਲੀਜੈਂਸ ਦਾ। ਝੂਠ ਨਾ ਬੋਲਿਓ ਯਾਰ, ਝੂਠ ਉਹਨਾਂ ਨੇ ਫੜ ਲੈਣਾ। ਠੀਕ ਹੈ, ਜੇ ਤੁਸੀਂ ਬਹੁਤ ਹੀ ਸ਼ਾਤਰ ਬੰਦੇ ਹੋ ਫਿਰ ਤਾਂ ਚਲੋ ਕੀ ਕਹਿ ਸਕਦੇ ਹਾਂ ਫਿਰ। ਤੇ ਦੂਜੀ ਗੱਲ, ਹੁਣ ਬੱਚੇ ਪੁੱਛਦੇ ਪਏ ਨੇ ਜੇ ਤੁਹਾਡੀ ਡੇਟ 15 ਤੋਂ 30 ਸਤੰਬਰ ਹੈ, ਮਤਲਬ ਤਿਆਰੀ ਤੁਹਾਡੀ ਸ਼ੁਰੂ ਕਰਨੀ ਪੈਣੀ ਹੈ। ਬਿਲਕੁਲ ਜੀ ਕਰਨੀ ਪੈਣੀ ਹੈ। ਉਸ ਲਈ ਜੀ ਆਪਾਂ ਸਟੱਡੀ IQ ਤੇ ਬੈਚ ਸ਼ੁਰੂ ਕੀਤਾ ਹੋਇਆ। ਆਈ ਵਿਲ ਬੀ ਸਟਾਰਟਿੰਗ ਦਾ ਬੈਚ, ਮੈਂ ਆਪ ਸ਼ੁਰੂ ਕਰਾਂਗਾ ਬੈਚ ਨੂੰ 21 ਜੁਲਾਈ ਨੂੰ। ਆਈ ਐਮ ਸਟਾਰਟਿੰਗ ਦਾ ਬੈਚ 21 ਜੁਲਾਈ ਸ਼ਾਮ ਨੂੰ 6 ਵਜੇ ਕਲਾਸ ਤੁਹਾਡੀ ਸ਼ੁਰੂ ਹੋ ਰਹੀ ਹੈ। ਜੇ ਤੁਸੀਂ ਆਹ ਕੋਡ ਯੂਜ਼ ਕਰੋਗੇ ਇਸ ਬੈਚ ਲਈ, ਇਟ ਵਿਲ ਕਮ ਡਾਊਨ ਟੂ 2999, ਜਿਹਦੇ ਵਿੱਚ ਤੁਹਾਡੇ ਜਿੰਨੇ ਟੈਸਟ ਨੇ, ਕਿਉਂਕਿ IB ਦਾ ਲੈਵਲ ਸਿਵਲ ਸਰਵਿਸਿਜ਼ ਤੋਂ ਥੱਲੇ ਬਟ ਵਨ ਡੇ ਐਗਜ਼ਾਮਸ ਤੋਂ ਉੱਤੇ ਹੁੰਦਾ, ਉਹ ਵਿੱਚ ਕਿੱਥੇ ਲੈਵਲ ਆ, ਦੈਟ ਇਜ਼ ਵੈਰੀ ਇੰਪੋਰਟੈਂਟ। ਆਪਣੀ ਪ੍ਰੈਪਰੇਸ਼ਨ ਤੁਹਾਨੂੰ ਪਤਾ ਰਵੇ ਕਿਸ ਲੈਵਲ ਤੱਕ ਪ੍ਰੈਪਰੇਸ਼ਨ ਕਰਨੀ ਹੈ, ਵੈਰੀ ਇੰਪੋਰਟੈਂਟ। ਠੀਕ ਹੈ, ਦੈਟ ਇਜ਼ ਦੇਅਰ। ਤਾਂ ਕੁਝ ਵੀ ਤੁਸੀਂ ਹੋਰ ਪੁੱਛਣਾ ਚਾਹੁੰਦੇ ਹੋ, ਤੁਸੀਂ ਗੱਲ ਕਰਨਾ ਚਾਹੁੰਦੇ ਆ, ਦੈਟ ਇਜ਼ ਦਾ ਡਿਸਕਸ਼ਨ ਗਰੁੱਪ ਜੋ ਮੈਂ ਬਣਾਇਆ ਹੈ। ਇਹਦਾ ਨਾਂ, ਗਰੁੱਪ ਦਾ ਨਾਂ ਲਿਖਿਆ ਜੀ ਇੱਥੇ, ਗਰੁੱਪ ਦਾ ਨਾਂ ਹੈ ਜੀ, ਗਰੁੱਪ ਦਾ ਨੇਮ ਹੈ, ਕੀ ਨਾਂ ਹੈ ਇਹਦਾ, ਕਰਨ ਜਿੰਦਲ IBACIO ਨਾਮ ਦਾ ਡਿਸਕਸ਼ਨ ਗਰੁੱਪ ਹੈ। ਯੂ ਕੈਨ ਜੁਆਇਨ ਇਟ। ਕੋਈ ਵੀ ਗਾਈਡੈਂਸ ਪੁੱਛਣਾ ਚਾਹੁੰਦੇ ਹੋ, ਕੁਝ ਵੀ ਪੁੱਛਣਾ ਚਾਹੁੰਦੇ ਹੋ, ਯੂ ਕੈਨ ਆਸਕ ਇਟ। ਠੀਕ ਹੈ, ਤੇ ਦੂਜੀ ਗੱਲ, ਜਿਹੜੇ ਬੱਚੇ ਪੰਜਾਬ ਦੇ ਕਿਸੇ ਵੀ ਐਗਜ਼ਾਮ ਲਈ ਪੜ੍ਹਦੇ ਪਏ, ਲੈਟਸ ਸੇ ਤੁਸੀਂ ਬੈਂਕਿੰਗ ਪੜ੍ਹਦੇ ਹੋ, ਤੁਸੀਂ PO ਦਾ ਪੇਪਰ ਦੇ ਰਹੇ ਹੋ ਜਾਂ ਉਹਦੀ ਤਿਆਰੀ ਕਰਦੇ ਪਏ ਹੋ, ਤੁਸੀਂ SSC ਦੀ ਤਿਆਰੀ ਕਰਦੇ ਹੋ, ਤੁਸੀਂ ਸਾਰੇ ਇਸ ਐਗਜ਼ਾਮ ਲਈ ਐਲੀਜੀਬਲ ਹੋ ਤੇ ਕੁਆਲੀਫਾਈ ਕਰਨ ਦੇ ਲਾਇਕ ਹੋ। ਕਿਉਂ? ਸਿਲੇਬਸ ਤੁਹਾਡਾ ਓਵਰਲੈਪ ਕਰੂਗਾ, ਬਟ ਕਿੰਨਾ ਕਰੂਗਾ, ਕਿੰਨਾ ਹੋਰ ਪੜ੍ਹਨਾ ਹੈ, ਕਿੰਨਾ ਛੱਡਣਾ ਹੈ ਜੇ ਸਿਵਲ ਸਰਵਿਸਿਜ਼ ਕਰਦੇ ਪਏ ਹੋ, ਦੈਟ ਵਿਲ ਡੂ। ਠੀਕ ਹੈ ਜੀ, ਸੋ ਆਈ ਵਿਲ ਸਟਾਰਟਿੰਗ ਦਾ ਬੈਚ 20th ਜੁਲਾਈ ਤੱਕ। ਥੀਸ ਆਰ ਦਾ ਪ੍ਰਾਈਜ਼ਸ, ਮਤਲਬ 3000 ਦਾ ਤੁਹਾਨੂੰ ਬੈਚ ਪਊਗਾ। ਇਫ ਯੂ ਅਪਲਾਈ ਦਾ ਕੋਡ, ਥੱਲੇ ਵੀ ਤੁਹਾਨੂੰ ਕੋਡ ਆ ਰਿਹਾ ਹੋਣਾ, ਯੂ ਕੈਨ ਯੂਜ਼ ਇਟ। ਠੀਕ ਹੈ, ਐਂਡ ਦਿਸ ਇਜ਼ ਅ ਪੋਸਟ ਜੋ ਕਿ ਸੈਂਟਰਲ ਗਵਰਨਮੈਂਟ ਦੇ ਅੰਡਰ ਹੈ, ਐਂਡ ਇਸ ਵਾਰ 3700 ਪਲੱਸ ਪੋਸਟ ਆਈਆਂ, ਸੋ ਦੈਟ ਇਜ਼ ਦ ਬਿਗੇਸਟ ਬੰਪਰ ਵੈਕੈਂਸੀ ਜੋ ਮਿਨਿਸਟਰੀ ਆਫ ਹੋਮ ਅਫੇਅਰਸ ਨੇ ਕੱਢੀ ਹੈ। ਬੈਸਟ ਵਿਸ਼ੇਸ ਟੂ एवरीवन। एनी क्वारी आई होप and I know that you might be having many queries, you can ask me। okay ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। okay।